ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 12 ਅਗਸਤ 2015 28 ਸਾਵਨ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੇ ਅਹਿਮ ਵਿਸ਼ਿਆਂ ਤੇ ਵਿਚਾਰ ਚਰਚਾ ਕਰਨ ਜਾ ਰਹੇ ਹੋ? ਦੇਖੋ, ਅੱਜ ਜਿਹੜੀ ਖਬਰ ਮੈਂ ਬਿਗਨਿੰਗ ਦੇ ਵਿੱਚ ਡਿਸਕਸ ਕਰਾਂਗਾ, ਉਸ ਤੋਂ ਪਹਿਲਾਂ ਮੈਨੂੰ ਅੱਜ ਪੰਜਾਬੀ ਦਾ ਅਖਾਣ ਯਾਦ ਆ ਰਿਹਾ ਸੀ ਜਿਹਦੇ ਵਿੱਚ ਥੁੱਕੀ ਵੜੇ ਪਕਾਉਣਾ। ਸੋ ਪੰਜਾਬੀ ਬੜੀ ਅਮੀਰ ਜ਼ਬਾਨ ਹੈ, ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦੀ ਅੰਗਰੇਜ਼ੀ ਵੀ ਸੰਭਵ ਨਹੀਂ ਹੈ ਕਿਉਂਕਿ ਉਹ ਮੀਨ ਕੈਰੀ ਨਹੀਂ ਕਰਦੀ ਜੀ। ਸੋ ਜਾਂ ਇਸ ਲਈ ਗੱਲਾਂ ਦਾ ਕੜਾਹ ਬਣਾਉਣਾ, ਕਹਿੰਦੇ ਜੇ ਗੱਲਾਂ ਦਾ ਕੜਾਹ ਬਣਾਉਣਾ ਤਾਂ ਘਿਓ ਕਿਉਂ ਘੱਟ ਪਾਈ ਹੈ ਜੀ। ਸੋ ਭਾਰਤ ਦੇ ਹਾਕਮ ਪਿਛਲੇ ਲਗਭਗ 15 ਸਾਲਾਂ ਤੋਂ ਥੁੱਕੀ ਵੜੇ ਪਕਾ ਰਹੇ ਸੀ। ਪੂਰੀ ਉਹਨਾਂ ਨੇ ਇੱਕ ਆਪਣੀ ਮੁਹਿੰਮ ਸ਼ੁਰੂ ਕੀਤੀ ਹੋਈ ਸੀ ਕਿ ਜੀ ਭਾਰਤ ਹੁਣ ਬਹੁਤ ਵੱਡਾ ਦੇਸ਼ ਬਣ ਗਿਆ ਹੈ, ਸੁਪਰ ਪਾਵਰ ਬਣਨ ਵੱਲ ਵੱਧ ਰਿਹਾ ਹੈ। ਇਸ ਲਈ ਇੰਡੀਆ ਨੂੰ ਯੂਨਾਈਟਿਡ ਨੇਸ਼ਨਜ਼ ਸਿਕਿਉਰਿਟੀ ਕੌਂਸਲ ਦੇ ਵਿੱਚ ਪਰਮਾਨੈਂਟ ਮੈਂਬਰ ਦੇ ਤੌਰ ਦੇ ਉੱਤੇ ਸੀਟ ਦਿੱਤੀ ਜਾਏ ਜੀ। ਹੁਣ ਯੂਨਾਈਟਿਡ ਨੇਸ਼ਨਜ਼ ਦਾ ਇੱਕ ਆਪਣਾ ਇਤਿਹਾਸ ਹੈ। ਲੀਗ ਆਫ ਨੇਸ਼ਨਜ਼ ਜਿਹੜੀ ਹੈ ਉਸ ਦੀ ਸ਼ੁਰੂਆਤ ਪਹਿਲੀ ਸੰਸਾਰ ਜੰਗ ਤੋਂ ਬਾਅਦ ਡਿਬੇਟ ਸ਼ੁਰੂ ਹੋਈਆਂ। ਫਿਰ ਯੂਨਾਈਟਿਡ ਨੇਸ਼ਨਜ਼ ਆਰਗੇਨਾਈਜੇਸ਼ਨ, ਜਿਹਨੂੰ UNO ਕਹਿੰਦੇ ਸੀ, ਉਹ 1948 ਦੇ ਵਿੱਚ ਜਿਹਦੇ ਵਿੱਚ 50 ਦੇ ਕਰੀਬ ਦੇਸ਼ ਸੀ, ਸੈਨ ਫਰਾਂਸਿਸਕੋ 'ਚ ਹੋਂਦ 'ਚ ਆਈ। ਫਿਰ ਉਹਨਾਂ ਨੇ ਕੁਝ ਸਮਾਂ ਪਹਿਲਾਂ ਉਹ ਸ਼ਬਦ ਡ੍ਰੌਪ ਕਰ ਦਿੱਤਾ, ਉਹਨੂੰ UN ਕਿਹਾ ਜਾਂਦਾ। ਸੋ ਜਿਹੜੀ ਯੂਨਾਈਟਿਡ ਨੇਸ਼ਨਜ਼ 50 ਦੇਸ਼ਾਂ ਤੋਂ ਸ਼ੁਰੂ ਹੋਈ, ਇਸ ਵੇਲੇ 193 ਮੈਂਬਰ ਨੇ ਔਰ ਇੱਕ ਜਿਹੜੇ ਉਹਨਾਂ ਦੇ ਕੁੱਲ ਮੈਂਬਰ ਦੇਸ਼ ਨੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਹੁੰਦੇ ਨੇ। ਇਸ ਲਈ ਉਹਨੂੰ UN ਅਸੈਂਬਲੀ ਕਹਿੰਦੇ ਨੇ, ਜਿਹਦੇ 'ਚ ਕਿ 193 ਦੇਸ਼ਾਂ ਦੇ ਨੁਮਾਇੰਦੇ ਹੁੰਦੇ ਨੇ ਜੀ। ਫਿਰ ਉਹਨਾਂ ਨੇ ਇੱਕ ਸਪੈਸ਼ਲ ਬਾਡੀ, ਉਹਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਜਾਂ ਸੁਰੱਖਿਆ ਕੌਂਸਲ ਅਸੀਂ ਪੰਜਾਬੀ 'ਚ ਕਹਾਂਗੇ, ਉਹ ਹੈ। ਉਸ ਦੇ ਕੁੱਲ 15 ਮੈਂਬਰ ਹੁੰਦੇ ਨੇ। 15 ਚੋਂ 5 ਪਰਮਾਨੈਂਟ ਮੈਂਬਰ ਨੇ, ਜਿਨ੍ਹਾਂ ਦੇ ਵਿੱਚ ਅਮਰੀਕਾ, ਰਸ਼ੀਆ, ਚਾਈਨਾ, ਫਰਾਂਸ, ਇੰਗਲੈਂਡ ਹੈ ਤੇ 10 ਰੋਟੇਟਿੰਗ ਮੈਂਬਰ ਨੇ। ਰੋਟੇਸ਼ਨ ਦਾ ਮਤਲਬ ਹੈ ਕਿ ਕਿਸੇ ਦੀ ਵੀ ਵਾਰੀ ਜਿਹੜੀ ਹੈ ਉਹ ਚੋਣ ਦੇ ਨਾਲ ਆਉਂਦੇ ਨੇ। 192-93 ਮੈਂਬਰਾਂ ਚੋਂ ਭਾਰਤ ਵੀ ਰੋਟੇਸ਼ਨ ਮੈਂਬਰ ਰਿਹਾ UN ਦਾ, ਪਾਕਿਸਤਾਨ ਵੀ ਰਿਹਾ, ਦੂਸਰੇ ਹੋਰ ਦੇਸ਼ ਵੀ ਹੁੰਦੇ ਨੇ। ਸੋ 10 ਦੇਸ਼ ਜਿਹੜੇ ਨੇ ਕੁਝ ਸਮੇਂ ਬਾਅਦ ਰੋਟੇਸ਼ਨ ਰਾਹੀਂ, ਤਾਂ ਕਿ ਸਾਰੇ ਦੇਸ਼ਾਂ ਨੂੰ ਮੌਕਾ ਬਣੇ ਜੀ। ਜਿਹੜੀ UN ਸਿਕਿਉਰਿਟੀ ਕੌਂਸਲ ਦੇ 5 ਪਰਮਾਨੈਂਟ ਦੇਸ਼ ਨੇ, ਜਿਨ੍ਹਾਂ ਦੇ ਵਿੱਚ ਮੈਂ ਜਿਵੇਂ ਦੱਸਿਆ ਅਮਰੀਕਾ, ਰਸ਼ੀਆ, ਚਾਈਨਾ, ਫਰਾਂਸ, ਇੰਗਲੈਂਡ। ਬੇਸ਼ੱਕ ਸਿਕਿਉਰਿਟੀ ਕੌਂਸਲ ਦੇ 15 ਮੈਂਬਰ ਨੇ, ਪਰ ਇਹਨਾਂ 5 ਮੈਂਬਰਾਂ ਦੇ ਕੋਲ ਵੀਟੋ ਪਾਵਰ ਹੈ। ਹੁਣ ਵੀਟੋ ਪਾਵਰ ਦਾ ਮਤਲਬ ਇਹ ਹੈ ਕਿ ਜੇ ਇਹਨਾਂ 5 ਚੋਂ ਇੱਕ ਦੇਸ਼ ਵੀ ਕਿਸੇ ਗੱਲ ਨੂੰ ਨਹੀਂ ਚਾਹੁੰਦਾ ਤੇ ਉਹ ਨਹੀਂ ਮੰਨੀ ਜਾਏਗੀ, ਉਹ ਉਹਨੂੰ ਕਹਿੰਦੇ ਨੇ ਵੀਟੋ ਕਰ ਦੇਣਾ। ਸੋ ਇਹ ਜਿਹੜੇ ਵੀਟੋ ਵੀਲਡਿੰਗ ਮੈਂਬਰਸ ਨੇ, ਇਨਫੈਕਟ ਇਹੀ ਜੇ UN ਸਿਕਿਉਰਿਟੀ ਕੌਂਸਲ ਜਾਂ UN ਦਾ ਵੈਸੇ ਕਾਨਸੈਪਟ ਦੇਖਣਾ ਹੋਏ, ਬਾਕੀ ਤਾਂ ਸ਼ਾਮਲ ਵਾਜੇ ਨੇ। ਬੇਸ਼ੱਕ ਉਹਨਾਂ ਦਾ $6-7 ਬਿਲੀਅਨ ਦਾ ਬਜਟ ਹੈ, ਬਹੁਤ ਬਜਟ ਦਾ ਵੱਡਾ ਹਿੱਸਾ ਅਮਰੀਕਾ ਦਿੰਦਾ ਹੈ, ਜਾਪਾਨ ਦਿੰਦਾ ਹੈ, ਦੂਜੇ ਦੁਨੀਆ ਦੇ ਦੇਸ਼ ਸਮੇਤ ਭਾਰਤ ਦੇ ਉਹ ਤਾਂ ਪੈਨੀਜ਼ ਦਿੰਦੇ ਨੇ ਜਿੰਨਾ ਖਰਚੇ ਦੇ ਮੁਤਾਬਕ ਹੈ। ਤੇ ਪਾਵਰ ਵੀ ਫਿਰ ਇਹਨਾਂ ਦੇ ਕੋਲ ਹੀ ਹੈ। ਔਰ ਜੇ ਕੋਈ ਵੀ, ਹੁਣ ਜੇ ਜਿਵੇਂ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰੀਏ, ਜਦੋਂ ਵੀ ਮਤਾ ਆਉਂਦਾ ਹੈ, ਹੁਣ ਬੇਸ਼ੱਕ UN ਸਿਕਿਉਰਿਟੀ ਕੌਂਸਲ ਦਾ ਹੀ ਮਤਾ ਸੀ ਕਿ ਕਸ਼ਮੀਰ ਦੇ ਵਿੱਚ ਜਿਹੜਾ ਉਹ ਰਾਏਸ਼ੁਮਾਰੀ ਕਰਵਾਈ ਜਾਏ, ਜਨਰਲ ਅਸੈਂਬਲੀ ਨੇ 16-17 ਮਤੇ ਕੀਤੇ ਨੇ, ਪਰ ਜਦੋਂ ਹੀ ਉਹ ਇਸ਼ੂ ਸਿਕਿਉਰਿਟੀ ਕੌਂਸਲ 'ਚ ਆਉਂਦਾ ਹੈ, ਕਿਉਂਕਿ ਰਸ਼ੀਆ ਜਿਹੜਾ ਕਦੇ ਸੋਵੀਅਤ ਯੂਨੀਅਨ ਹੁੰਦਾ ਸੀ, ਉਹ ਇੰਡੀਆ ਦਾ ਯਾਰ ਹੈ ਤੇ ਉਹ ਉਹਨੂੰ ਵੀਟੋ ਕਰ ਦਿੰਦਾ ਸੀ, ਇਸ ਲਈ ਉਹ ਫੈਸਲਾ ਲਾਗੂ ਨਹੀਂ ਸੀ ਹੁੰਦਾ ਜੀ। ਇਸੇ ਤਰ੍ਹਾਂ ਇਜ਼ਰਾਈਲ ਬਾਰੇ ਕਈ ਵਾਰ 192 ਦੇਸ਼ਾਂ ਚੋਂ 180 ਦੇਸ਼ ਇੱਕ ਪਾਸੇ ਹੁੰਦੇ ਨੇ ਜਨਰਲ ਅਸੈਂਬਲੀ 'ਚ। ਸਿਕਿਉਰਿਟੀ ਕੌਂਸਲ ਦੇ ਵਿੱਚ ਵੀ ਜਿਹੜੀ ਹੈ ਰਾਏ ਬਣਦੀ ਹੈ, ਪਰ ਅਮਰੀਕਾ ਉਹਨੂੰ ਵੀਟੋ ਕਰ ਦਿੰਦਾ। ਸੋ ਇਜ਼ਰਾਈਲ 'ਚ ਕੀ ਹੋਣਾ ਹੈ, ਇੱਕ ਅਮਰੀਕਾ ਡਿਸਾਈਡ ਕਰਦਾ। ਕਸ਼ਮੀਰ 'ਚ ਕੀ ਹੋਣਾ ਹੈ, ਇੱਕ ਰਸ਼ੀਆ ਡਿਸਾਈਡ ਕਰਦਾ। ਹੁਣ ਇਸੇ ਤਰ੍ਹਾਂ ਈਵਨ ਜਿਵੇਂ ਭਾਰਤ ਚਾਹੁੰਦਾ ਸੀ ਲਖਵੀ, ਜਿਹਨੂੰ ਇਹਨਾਂ ਨੇ ਦਹਿਸ਼ਤਗਰਦ ਬਣਾਇਆ ਹੋਇਆ ਹੈ, ਉਹਨੂੰ ਲਿਸਟ ਦੇ ਵਿੱਚ ਪਾਣਾ UN ਦੇ ਟੈਰਰਿਜ਼ਮ ਦੀ, ਪਰ ਉਹ UN ਤੱਕ ਪਹੁੰਚ ਗਿਆ, ਉੱਪਰ ਤੱਕ ਪਹੁੰਚ ਗਿਆ ਇਸ ਮੰਗ ਨੂੰ ਲੈ ਕੇ, ਲੇਕਿਨ ਚਾਈਨਾ ਨੇ ਉਹਨੂੰ ਵੀਟੋ ਕਰ ਦਿੱਤਾ। ਸੋ ਕੁੱਲ ਮਿਲਾ ਕੇ ਹੁਣ ਕਈ ਵਾਰੀ ਮੈਂ ਇਸ ਨੂੰ ਇਸ ਵੇਰਵੇ ਲਈ ਇਸ ਲਈ ਚੁਣਿਆ ਔਰ ਮੈਂ ਕਹਿ ਰਿਹਾ ਵੀ ਸਾਡੇ ਬਹੁਤ ਸਾਰੇ
ਦਰਸ਼ਕ ਜਾਂ ਸਰੋਤੇ ਜਿਹੜੇ ਦੂਰ ਦੁਰਾਡੇ ਮੁਲਕਾਂ 'ਚ ਨੇ ਜਾਂ ਪੰਜਾਬ ਜਾਂ ਭਾਰਤ ਦੇ ਦੂਸਰੇ ਹਿੱਸਿਆਂ 'ਚ ਨੇ, ਉਹਨਾਂ ਨੂੰ, ਕਿਉਂਕਿ ਜਿਵੇਂ ਸਾਨੂੰ ਵੀ ਪੜ੍ਹਾਇਆ ਜਾਂਦਾ ਸੀ, ਜਦੋਂ ਤੱਕ ਮੈਂ ਅਮਰੀਕਾ ਨਹੀਂ ਆਇਆ, ਦੇਖਿਆ ਨਹੀਂ ਜਾਂ ਇਹਨਾਂ ਨਾਲ ਵਾਹ ਨਹੀਂ ਪਿਆ, ਇਨਸਾਈਡ ਨਹੀਂ ਦੇਖਿਆ, ਅਸੀਂ ਵੀ ਸਮਝਦੇ ਸੀ ਜੀ UN ਕੋਈ ਕੁਛ ਕਿਉਂ ਨਹੀਂ ਕਰਦੀ ਜੀ, ਵੀ ਯੂਨਾਈਟਿਡ ਨੇਸ਼ਨਸ ਤੱਕ ਉਹਨਾਂ ਨੂੰ ਨਹੀਂ ਪਤਾ ਇੰਨੇ ਹਿਊਮਨ ਰਾਈਟ ਵਾਇਲੇਟ ਹੋ ਰਹੇ ਨੇ। ਸੋ ਇੱਥੇ ਤਾਂ ਗੇਮ ਹੀ ਹੋਰ ਹੈ, ਇੱਥੇ ਤਾਂ ਇਹ ਨਾ 5 ਦੇਸ਼ਾਂ ਦੀ ਗੇਮ ਹੈ ਔਰ ਉਹਦੇ 'ਚ ਬਹੁਤ ਘੱਟ ਮੌਕੇ ਹੁੰਦੇ ਨੇ ਜਿੱਥੇ ਕਿ 5 ਦੇਸ਼ਾਂ ਦੇ ਇੰਟਰਸਟ ਜੁੜ ਜਾਣ ਤੇ ਕੋਈ ਫੈਸਲਾ ਉਹ ਜਿਹੜਾ ਉਹ ਸਾਂਝੇ ਤੌਰ ਤੇ ਲੈਣ। ਇਹੀ ਕਾਰਨ ਹੈ ਕਿ ਜੇ ਹੁਣ ਆ ਦੂਸਰੀ ਵਾਰ ਇਰਾਕ ਦੇ ਵਿੱਚ ਜਦੋਂ ਬੁਸ਼ ਨੇ ਫੌਜ ਭੇਜੀ, ਵੈਪਨਸ ਆਫ ਮਾਸ ਡਿਸਟਰਕਸ਼ਨ ਕਹਿ ਕੇ ਜੀ ਉਹਨਾਂ ਦੇ ਕੋਲ ਆ ਨੇ ਜੀ, ਤੇ ਚਾਈਨਾ ਨੇ ਜਾਂ ਈਵਨ ਰਸ਼ੀਆ ਨੇ ਵੀ ਨਹੀਂ ਸੀ ਮੰਨਿਆ, ਲੇਕਿਨ ਇਹਦੇ ਬਾਵਜੂਦ ਅਮਰੀਕਾ ਨੇ ਫੌਜ ਭੇਜ ਦਿੱਤੀ। ਕੀ ਕਰ ਲਿਆ UN ਨੇ, ਕਿਉਂਕਿ ਅਲਟੀਮੇਟਲੀ ਫੈਸਲਾ ਇਹਨਾਂ ਦੇ ਕੋਲ ਹੈ। ਹੁਣ ਇੰਡੀਆ ਜਿਹੜਾ ਹੈ ਇਹ ਪਿਛਲੇ 15 ਸਾਲਾਂ ਤੋਂ ਬੜੀ ਲੌਬੀ ਔਰ 15 ਤੋਂ ਵੀ ਜ਼ਿਆਦਾ ਸਮਾਂ ਕਿ ਜੀ ਭਾਰਤ ਇਹ ਜਿਹੜੇ 5 ਦੇਸ਼ ਹੀ ਨੇ ਉਹਨਾਂ ਦੇ ਵਿੱਚ ਸਿਰਫ ਏਸ਼ੀਆ ਤੋਂ ਇੱਕ ਚਾਈਨਾ ਹੈ, ਬਾਕੀ ਜਿਹੜੇ ਨੇ ਬਰਤਾਨੀਆ, ਫਰਾਂਸ, ਇੰਗਲੈਂਡ, ਰਸ਼ੀਆ, ਇਹ ਯੂਰਪ ਚੋਂ ਨੇ 4 ਔਰ ਜਿਹੜੇ 3 ਯੂਰਪ ਚੋਂ ਨੇ, ਇੱਕ ਚਾਈਨਾ ਔਰ ਇੱਕ ਅਮਰੀਕਾ ਹੈ ਕਿ ਜੀ ਅਫਰੀਕਾ ਨੂੰ ਨੁਮਾਇੰਦਗੀ ਮਿਲਣੀ। ਹੁਣ ਜਦੋਂ ਭਾਰਤ ਆਪਣਾ ਕੇਸ ਬਿਲਡ ਕਰਦਾ ਸੀ, ਇਹਨਾਂ ਨੇ ਇੱਕ ਬ੍ਰਾਜ਼ੀਲ, ਸਾਊਥ ਅਫਰੀਕਾ, ਉਧਰੋਂ ਯੂਰਪ ਚੋਂ ਇਟਲੀ ਨੂੰ ਨਾਲ ਲਾ ਲਿਆ ਔਰ ਇੰਡੀਆ। ਉਹਨਾਂ ਨੇ ਕਿਹਾ ਜੀ ਅਸੀਂ ਦਾਅਵੇਦਾਰ ਹਾਂ ਔਰ ਇਹਨਾਂ ਦੀ ਜਿਹੜੀ ਮੰਗ ਦੀ ਆੜ ਸੀ ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੂੰ ਐਕਸਪੈਂਡ ਕੀਤਾ ਜਾਏ ਜੀ, ਉਸ ਨੂੰ ਵਧਾਇਆ ਜਾਏ, ਯੂਨਾਈਟਿਡ ਨੇਸ਼ਨਸ ਦੇ ਰਿਫਾਰਮ ਕੀਤੇ ਜਾਣ। ਔਰ ਜਦੋਂ ਪ੍ਰੈਜ਼ੀਡੈਂਟ ਓਬਾਮਾ ਵੀ ਇੰਡੀਆ ਦੇ ਵਿਜ਼ਿਟ ਤੇ ਗਿਆ ਪਿੱਛੇ, ਔਰ ਉਹਦੇ ਤੇ ਇਹੀ ਪ੍ਰੈਸ਼ਰ ਸੀ ਕਿ ਜੀ ਅਮਰੀਕਾ ਭਾਰਤ ਦੀ ਇਸ ਬਿਡ ਨੂੰ ਸਪੋਰਟ ਕਰੇ ਕਿ ਭਾਰਤ ਨੇ ਸਿਕਿਉਰਿਟੀ ਕਾਉਂਸਲ ਦਾ ਮੈਂਬਰ ਬਣਨਾ। ਅੱਛਾ, ਸਾਨੂੰ ਵੀ ਮੈਨੂੰ ਯਾਦ ਹੈ ਉਦੋਂ ਸਾਨੂੰ 2-3 ਲਿਖਤਾਂ ਵੀ ਆਈਆਂ, ਉਹਨਾਂ ਨੇ ਕਿਹਾ ਕਿ ਜੀ ਜੇ, ਔਰ ਓਬਾਮਾ ਨੇ ਵੀ ਗੋਲਮੋਲ ਜੀ ਗੱਲ ਕੀਤੀ ਜਿਵੇਂ ਪੋਲੀਟੀਸ਼ੀਅਨ ਕਰਦੇ ਨੇ, ਔਰ ਇੰਡੀਅਨ ਮੀਡੀਆ ਨੇ ਇੰਟਰਪ੍ਰੇਟ ਕੀਤਾ ਜੀ ਰਸ਼ੀਆ ਨੇ ਤਾਂ ਪਹਿਲਾਂ ਹੀ ਸਪੋਰਟ ਦਿੱਤੀ ਹੋਈ ਸੀ ਇੰਡੀਆ ਨੂੰ ਕਿ ਜੀ ਉਹ ਹਮਾਇਤ ਕਰਦੇ ਨੇ, ਇੰਗਲੈਂਡ ਨੇ ਵੀ ਦਿੱਤੀ ਹੋਈ ਹੈ, ਫਰਾਂਸ ਨੇ ਵੀ ਦਿੱਤੀ ਹੋਈ ਹੈ, ਹੁਣ ਅਮਰੀਕਾ ਨੇ ਵੀ ਦੇ ਦਿੱਤੀ, ਹੁਣ ਸਿਰਫ ਚਾਈਨਾ ਰਹਿ ਗਿਆ, ਬਾਕੀ ਸਾਨੂੰ ਹੁਣ ਅਸੀਂ ਬਣੇ ਬਣਾਏ ਹੋ ਗਏ, ਮੈਂਬਰ ਬਣ ਗਏ ਕਿਉਂਕਿ ਅਮਰੀਕਾ ਨੇ ਸਾਨੂੰ ਹਮਾਇਤ ਦੇ ਦਿੱਤੀ। ਮੀਡੀਆ ਨੇ ਵੀ ਇਵੇਂ ਇੰਟਰਪ੍ਰੇਟ ਕੀਤਾ। ਅਸੀਂ ਉਦੋਂ ਵੀ ਇਹ ਲਿਖਿਆ ਵੀ ਸੀ, ਕਿਹਾ ਵੀ ਸੀ, ਅਸੀਂ ਕਿਹਾ ਜੀ ਇਹ ਜਿਹਨੂੰ ਇਹਨਾਂ ਦਾ ਹੀ ਆਪਣੀ ਐਕਸਪ੍ਰੈਸ਼ਨ ਹੈ ਵੀ ਇਹ ਟੇਢੀ ਖੀਰ ਹੈ, ਇਹ ਇਦਾਂ ਨਹੀਂ ਇਹਨਾਂ ਨੂੰ ਮਿਲਣੀ। ਮੈਂ ਕਿਹਾ ਵੀ ਜੇ ਚਾਰੋਂ, ਪਹਿਲੀ ਗੱਲ ਤਾਂ ਅਮਰੀਕਾ ਨੇ, ਮੈਂ ਕਿਹਾ ਵੀ ਓਬਾਮਾ ਨੇ ਜਿਹੜੀ ਸਟੇਟਮੈਂਟ ਦਿੱਤੀ ਇਹਨੂੰ ਮਿਸ ਇੰਟਰਪ੍ਰੇਟ ਕਰ ਰਹੇ ਨੇ ਜੀ। ਅਮਰੀਕਾ ਜਾਂ ਓਬਾਮਾ ਕੋਈ ਇਸ ਕਿਸਮ ਦੀ ਅਸ਼ੋਰੈਂਸ ਦੇ ਹੀ ਨਹੀਂ ਸਕਦਾ। ਕੌਣ ਕਹੇਗਾ? ਹੁਣ ਜੇ ਬ੍ਰਾਹਮਣ ਨੂੰ, ਔਰ ਇੱਕ ਖਬਰ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਐਕਸਕਲੂਸਿਵ ਬ੍ਰਾਹਮਣ ਕਾਲੋਨੀ ਇੱਕ ਇੰਡੀਆ 'ਚ ਬਣਾਉਣ ਦੇ ਨਾਂ ਥੱਲੇ ਕਿਵੇਂ ਬੰਦੇ ਨੇ ਕਿੰਨੇ ਕਰੋੜ ਦਾ ਚੂਨਾ ਲਾਇਆ। ਹੁਣ ਜੇ ਬ੍ਰਾਹਮਣ ਆਪਣੇ ਨਾਲ ਸ਼ੂਦਰ ਨੂੰ ਨਹੀਂ ਬਿਠਾ ਸਕਦਾ, ਉਹਨੂੰ ਲੱਗਦਾ ਹੈ ਕਿ ਜੇ ਮੇਰੀ ਐਕਸਕਲੂਸਿਵ ਮੇਰੇ ਰਾਈਟ ਨੇ, ਤੇ ਇਹ ਸਾਊਥ ਏਸ਼ੀਅਨ, ਇੰਡੀਆ, ਪਾਕਿਸਤਾਨ, ਦੂਜੇ ਤੀਜੇ ਅਮਰੀਕਾ ਔਰ ਯੂਰਪ ਦੀਆਂ ਨਜ਼ਰਾਂ 'ਚ ਤਾਂ ਸ਼ੂਦਰ ਨੇ, ਅਨਟੱਚੇਬਲ ਨੇ, ਵੀ ਉਹਨਾਂ ਦੇ ਕੋਲ ਖੁਦ ਵੀਟੋ ਪਾਵਰ ਹੈ। ਉਹ ਸ਼ੂਦਰ ਨੂੰ ਕਹਿਣਗੇ ਵੀ ਤੇਰੇ ਹੱਥ 'ਚ ਅਸੀਂ ਉਹ ਲਾ ਫੜਾ ਦਈਏ ਵੀ ਤੂੰ ਲਾ ਬਣਾਏਗਾ, ਤੇਰੇ ਕੋਲ ਵੀਟੋ ਹੋਏਗੀ। ਮੈਂ ਕਿਹਾ ਇਹ ਸੋਚਿਆ ਵੀ ਨਹੀਂ ਜਾ ਸਕਦਾ। ਔਰ ਫਿਰ ਇਹਨਾਂ ਦੀ ਇਹ ਵੀ ਲੌਬੀ ਹੋਈ ਵੀ ਚਲੋ ਪਹਿਲਾਂ ਵੀਟੋ ਵਾਲੀ ਨਾ, ਪਹਿਲਾਂ ਨੌਨ ਵੀਟੋ ਸਾਨੂੰ ਦੇ ਦਿਓ। ਲੇਕਿਨ ਅੱਜ ਦੀ ਜਿਹੜੀ ਖਬਰ ਹੈ, ਔਰ ਇਹਨਾਂ ਦੇ ਮੀਡੀਆ ਨਹੀਂ, ਇਹਨਾਂ ਨੇ ਮੰਨ ਲਿਆ ਕਿ ਨਾ ਰਸ਼ੀਆ ਮਦਦ ਤੇ ਆਇਆ ਜੀ, ਨਾ ਚਾਈਨਾ। ਤਾਂ ਪਹਿਲਾਂ ਹੀ ਚਾਈਨਾ ਦਾ ਸਟੈਂਡ ਕਲੀਅਰ ਸੀ। ਚਾਈਨਾ ਇੰਡੀਆ ਨੂੰ, ਜਿਹਨੂੰ ਇਹ ਉਹਦੇ ਖਿਲਾਫ ਪ੍ਰੌਕਸੀ ਵਾਰ ਲਈ ਵਰਤ ਰਹੇ ਨੇ, ਆਪਣੇ ਬਰਾਬਰ ਬਿਠਾਇਆ ਗਿਆ ਵੀ ਇਹਨੂੰ ਵੀਟੋ ਦੇ ਕੇ ਬਿਠਾ ਦਿਓ ਇਹਨਾਂ ਨੂੰ। ਤੇ ਉਸ ਦੇ ਨਾਲ ਹੀ ਜਿਹੜਾ ਅਮਰੀਕਾ ਨੇ ਵੀ ਆਪਣਾ ਪੂਰੇ, ਅੱਗੇ ਤਾਂ ਸੀ ਇਹਨਾਂ ਨੇ ਕਹਿੰਦੇ ਨੇ ਵੀ ਅੱਖਾਂ ਫੇਰ ਲਈਆਂ, ਅੱਖਾਂ ਨਹੀਂ ਫੇਰੀਆਂ, ਦੰਦ ਦਿਖਾਏ। ਪਹਿਲਾਂ ਉਹ ਸਮਝਦੇ ਸੀ ਵੀ ਇਹਨਾਂ ਨੂੰ ਇਹ ਆਪ ਹੀ ਦੇਖੋ ਇਦਾਂ ਦੇ ਖਾਣ ਬਣਾਉਂਦੇ ਨੇ, ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ। ਹੁਣ ਓਬਾਮਾ ਨੇ ਉੱਥੇ ਤਾਂ ਦਿਖਾਇਆ ਉਹ ਆਈਵਰੀ ਵਾਲਾ ਦੰਦ, ਇਹਨਾਂ ਨੇ ਕਿਹਾ ਵਾਹ ਵਾਹ ਇਹ ਹਾਥੀ ਦੰਦ ਦਾ ਕੰਮ ਹੋਏਗਾ। ਹੁਣ ਅੱਜ ਉਹਨਾਂ ਨੇ ਆਪਣੇ ਅਸਲੀ ਦੰਦ ਦਿਖਾ ਦਿੱਤੇ, ਹੁਣ ਚੀਕਾਂ ਮਾਰ ਰਹੇ ਨੇ ਕਿ ਜੀ। ਔਰ ਇਹਦੀ ਖਬਰ ਹੀ ਇਹ ਹੈ, ਇੰਡੀਆ ਸਫਰਸ ਬਲੋ as United States, Russia, China oppose United Nations Security Council reform talks। ਕਿ ਘਸੁੰਨ ਵੱਜਿਆ ਬਲੋਂ, ਭਾਰਤ ਨੂੰ ਵੱਜਿਆ ਘਸੁੰਨ, ਜਦੋਂ ਕਿ ਅਮਰੀਕਾ, ਰੂਸ ਤੇ ਚੀਨ ਨੇ ਕੋਈ ਵੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਜਿਹੜੇ ਰਿਫਾਰਮ ਦੀ ਗੱਲ ਰਹੀ ਹੈ ਉਸ ਨੂੰ ਉਹਨਾਂ ਨੇ ਜਿਹੜਾ ਉਸ ਦੀ ਵਿਰੋਧਤਾ ਕੀਤੀ। ਔਰ ਉਹਦੀ ਬਿਗਨਿੰਗ ਹੀ ਹੈ ਕਿ ਇਹਨੇ setback to India's bid for permanent seat in an expanded UN Security Council, the US along with Russia and China has opposed negotiations to reform the powerful UN body, refusing to contribute to a text
that will form the basis for the long drawn reform process। ਕਿ ਜਿਹੜੀ ਲੰਬੇ ਵਕਤ ਤੋਂ ਗੱਲਬਾਤ ਚੱਲ ਰਹੀ ਸੀ, ਇਹਨਾਂ ਤਿੰਨਾਂ ਦੇਸ਼ਾਂ ਨੇ ਕਿਹਾ ਜੀ ਅਸੀਂ ਇਹਦੇ ਤੇ ਆਪਣੀ ਦੇਣਾ ਹੀ ਨਹੀਂ, ਟੈਕਸ ਨਹੀਂ ਦੇਣਾ ਤੁਹਾਨੂੰ, ਕੋਈ ਸਾਡੀ ਰਾਏ ਨਹੀਂ। ਇਹਦਾ ਮਤਲਬ ਇਹ ਗੈਟ ਲੋਸਟ, ਇਹਨੂੰ ਅੰਗਰੇਜ਼ੀ ਚ ਐਵੇਂ ਕਹਿੰਦੇ ਨੇ, ਪੰਜਾਬੀ ਚ ਕੀ ਹੋਏਗਾ, ਦੁੜਕੀ ਹੋ ਜਾ, ਪੈ ਜਾ ਡੰਡੀ, ਹਾਂ ਦਫਾ ਹੋ ਜਾ। ਇਹ ਦੇਖੋ ਪੰਜਾਬੀ ਦੇ ਇੰਨੇ ਸ਼ਬਦ ਨੇ, ਅੰਗਰੇਜ਼ੀ ਇੱਕੋ ਹੀ ਗੈਟ ਲੋਸਟ ਹੀ ਹੋ ਜਾਂਦਾ ਹੈ, ਜਾਂ ਗੈਟ ਆਊਟ ਕਹਿੰਦੇ, ਪਰ ਇਹ ਗੈਟ ਆਊਟ ਨਹੀਂ ਲੱਗਦਾ, ਗੈਟ ਲੋਸਟ। ਸਾਡੇ ਕਿੰਨੇ ਸ਼ਬਦ ਵਿੱਚੋਂ ਆ ਗਏ। ਇਹ ਹੈ ਅਮੀਰੀ ਜ਼ਬਾਨ ਦੀ। UN General Assembly President Sam Kutza achieved a breakthrough of sorts by circulating text to UN members that will form the basis for the negotiations on the reform of Security Council। ਕਿ ਜੀ ਉਹਦੇ ਜਨਰਲ ਅਸੈਂਬਲੀ ਪ੍ਰੈਜ਼ੀਡੈਂਟ ਨੇ ਇੰਨੀ ਕਾਮਯਾਬੀ ਕਰ ਲਈ ਸੀ ਕਿ ਉਹਨੇ ਉਹ ਟੈਕਸ ਸਾਰਿਆਂ ਨੂੰ ਸਰਕੂਲੇਟ ਕੀਤਾ। And Kutisa, in a letter dated July 31st to all UN members, said he is also circulating letters containing the positions of groups and member states that indicated they didn't wish their proposals to be included in the body of the negotiating text, though these countries include US, Russia and China। ਉਹਨੇ ਕਿਹਾ ਜੀ ਬਾਕੀਆਂ ਨੇ ਆਪਣੀ ਰਾਏ ਦਿੱਤੀ ਹੈ, ਪਰ ਇਹਨਾਂ ਤਿੰਨਾਂ ਨੇ ਜਿਹੜਾ ਉਹ ਆਪਣਾ ਇਸ ਤੋਂ ਕਿਨਾਰਾ ਕਰ ਲਿਆ। ਔਰ ਹੁਣ ਜਿਹੜੀ ਅਮਰੀਕਾ ਦੀ ਪੋਜੀਸ਼ਨ ਹੈ ਉਹ ਬੜੀ ਸਪਸ਼ਟ ਹੈ। ਉਹਨਾਂ ਨੇ ਕਿਹਾ, ਅਮਰੀਕਨ ਐਂਬੈਸਡਰ ਟੂ ਦਾ UN Samantha Power said in her letter to Kutisa that US is open in principle to a modest expansion of both permanent and non-permanent members, but the condition that any consideration of an expansion of permanent members must take into account the ability and willingness of countries to contribute to the maintenance of international peace and security and to the other purposes of the United Nations. Power added, we believe that consideration of new permanent members must be country specific in nature. She also reiterated that US remains opposed to any alteration or expansion of the veto। ਇਹ ਸਪੋਰਟ ਕਰਤੀ ਜੀ ਅਮਰੀਕਾ ਨੇ। ਓਬਾਮਾ ਕਹਿ ਗਿਆ ਜੀ, ਪਾਰਲੀਮੈਂਟ 'ਚ ਕਹਿ ਗਿਆ, ਭਾਰਤ ਦੇਖ ਲਓ ਉਹਨੇ ਵੀ ਮੋਹਰ ਲਾਤੀ। ਜਿਹੜੀ ਉਹਨਾਂ ਦੀ ਰਿਪਰੈਜ਼ੈਂਟੇਟਿਵ ਹੈ ਉਹਨੇ ਕਿਹਾ ਜੀ ਇਹ ਪਹਿਲਾਂ ਦੇਖੋ ਤੁਸੀਂ ਕਰਨਾ ਕੀ ਹੈ, ਪਰ ਅਸੀਂ ਕੋਈ ਵੀ ਜਿਹੜੀ ਵੀਟੋ ਪਾਵਰ ਹੈ ਉਹਦੀ ਐਕਸਪੈਂਸ਼ਨ ਦੇ ਹੱਕ 'ਚ ਨਹੀਂ ਹੈ। ਸੋ ਲੌਟ ਕੇ ਬੁੱਧੂ ਘਰ ਕੋ ਆਏ। ਸੋ ਇਹਨਾਂ ਦਾ ਜਿਹੜਾ 15 ਸਾਲ ਦਾ ਕੈਂਪੇਨ, ਝੂਠ ਇੱਧਰ ਉੱਧਰ ਲੋਕਾਂ ਨੂੰ ਵੇਚਣਾ ਕਿ ਜੇ ਅਸੀਂ ਬਣ ਗਏ ਬਸ ਹੁਣ ਅਸੀਂ UN 'ਚ ਪਹੁੰਚ ਗਏ। ਹੁਣ ਇੱਕ ਪਾਸੇ ਤਾਂ ਇੰਟਰਨੈਸ਼ਨਲ ਲੈਵਲ ਤੇ ਇਹ ਜੁੱਤੀਆਂ ਪੈ ਰਹੀਆਂ ਨੇ ਇਹਨਾਂ ਨੂੰ, ਇੰਨੀ ਕਿ ਇਹਨਾਂ ਦੀ ਔਕਾਤ ਹੈ ਕਿ ਇਹ ਤਾਂ ਵੀਟੋ ਵਾਲਾ ਮੈਂਬਰ ਬਣਨਾ ਚਾਹੁੰਦਾ ਸੀ, ਉਹਨੂੰ ਐਕਸਪੈਂਡ ਹੀ ਨਹੀਂ ਕਰਨਾ ਚਾਹੁੰਦੇ ਜੀ। ਇਹਨਾਂ ਨੂੰ ਤਾਂ ਅਜੇ ਬਾਅਦ ਦੀ ਗੱਲ ਸੀ ਕਿ ਏਸ਼ੀਆ 'ਚੋਂ ਫਿਰ ਇੰਡੀਆ ਆਉਂਦਾ ਕਿ ਪਾਕਿਸਤਾਨ ਆਉਂਦਾ ਕਿ ਲੰਕਾ ਆਉਂਦਾ। ਇਹ ਤਾਂ ਫਿਰ ਉਹਨਾਂ ਨੇ ਦੇਖਣਾ ਸੀ ਵੀ ਹਰ ਕੰਟਰੀ ਦੀ ਆਪਣੀ ਲੌਬੀ ਹੈ, ਜਾਂ ਅਫਰੀਕਾ ਜੋ ਕਿਹਨੇ ਆਉਣਾ ਸੀ। ਸੋ ਹਾਲ ਦੀ ਘੜੀ ਜਿਹੜਾ ਇਹਨਾਂ ਨੇ ਇੰਡੀਆ ਨੇ ਲਿਆ ਸੀ ਜੀ ਕਿ ਰਿਫਾਰਮ ਕਰੋ, ਔਰ ਦੂਜਾ ਉਹ ਸਾਰਾ ਕੰਮ ਜਿਹੜਾ ਉੱਥੇ ਸਟਾਪ ਹੋ ਗਿਆ। ਹੁਣ ਦੂਸਰੇ ਪਾਸੇ ਜਿੱਥੇ, ਔਰ ਅੱਜ ਹੀ ਮੇਰੀ ਪੰਜਾਬ 'ਚ ਕਿਸੇ ਨਾਲ ਗੱਲ ਹੋ ਰਹੀ ਸੀ, ਔਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਇਹਨਾਂ ਦਾ ਹਾਲ, ਇੰਡੀਆ ਦੀ ਮੈਂਟੈਲਿਟੀ ਕਿਸੇ ਹੱਦ ਤੱਕ ਈਵਨ ਪਾਕਿਸਤਾਨ ਵੀ ਉਸ ਨੂੰ ਹੀ ਰੈਸੀਪਰੋਕੇਟ ਕਰਦਾ ਕਿ ਵਿਤਨਾਮ ਦੋ ਹੋਏ, ਨਾਰਥ ਵਿਤਨਾਮ, ਸਾਊਥ ਵਿਤਨਾਮ, ਇੱਕ ਦੀ ਪਿੱਠ ਤੇ ਅਮਰੀਕਾ ਸੀ, ਸੋਵੀਅਤ ਯੂਨੀਅਨ ਸੀ, ਦੋਨਾਂ ਨੇ ਮਾਰਿਆ, ਮਿਲੀਅਨ ਤੋਂ ਉੱਪਰ ਬੰਦੇ ਜਿਹੜੇ ਨੇ ਉਹ ਉਹਨਾਂ ਦੇ ਮਰੇ। ਅੱਜ ਦੋਨੋਂ ਵਿਤਨਾਮ ਇਕੱਠੇ ਨੇ ਜੀ। ਇਹੀ ਹਾਲ ਕੋਰੀਆ, ਬੇਸ਼ੱਕ ਕੋਰੀਆ ਅੱਜ ਵੀ ਉਹ ਸੈਪਰੇਸ਼ਨ ਦੀ ਲਾਈਨ ਹੈ, ਪਰ ਜਦੋਂ ਹੀ ਇਹਨਾਂ ਦਾ ਇਹ ਪ੍ਰੈਸ਼ਰ ਘਟਿਆ, ਇਹ ਉਹ ਹੌਸਟਿਲਿਟੀ ਵੀ ਨਹੀਂ ਰਹੇਗੀ ਜਿਸ ਕਿਸਮ ਦੀ ਜਿਹੜੀ ਹੈ ਇਹਨਾਂ ਨੇ ਖੜੀ ਕੀਤੀ। ਔਰ ਦੂਜੀਆਂ ਥਾਵਾਂ ਤੇ ਜਾਪਾਨ ਔਰ ਖਾਸ ਤੌਰ ਤੇ ਜਰਮਨੀ, ਈਸਟ ਜਰਮਨੀ, ਵੈਸਟ ਜਰਮਨੀ, ਪੂਰਾ ਈਸਟ ਜਰਮਨੀ ਬਲੌਕ ਸੀ ਸੋਵੀਅਤਸ ਦਾ, ਦੂਜਾ ਵੈਸਟ ਜਰਮਨੀ ਸੀ। ਕਿਵੇਂ 50 ਫਿਰ ਬਰਲਿਨ ਵਾਲ ਟੁੱਟੀ, ਦੋਨੋਂ ਦੇਸ਼ ਇਕੱਠੇ ਹੋ ਗਏ ਜੀ। ਹੁਣ ਇੰਡੀਆ ਦੇ ਜਿਹੜੇ ਥਿੰਕਰ ਨੇ ਕਿਸ ਕਦਰ ਨਫ਼ਰਤ ਨਾਲ ਭਰੇ ਹੋਏ ਨੇ ਵੀ ਪਾਕਿਸਤਾਨ ਦੇ ਨਾਲ ਕਿਉਂ ਸਬੰਧ ਨਹੀਂ ਸੁਧਾਰੇ ਜਾ ਸਕਦੇ ਜੀ। ਤੁਸੀਂ ਜੇ ਕਸ਼ਮੀਰ ਦਾ ਇੱਕ ਮੁੱਦਾ ਹੈ, ਭਾਰਤ ਦੇ ਕੋਲ ਇੰਨਾ ਵੱਡਾ ਦੇਸ਼ ਹੈ, ਤੁਸੀਂ ਕੋਈ ਇਸ ਕਿਸਮ ਦਾ ਪ੍ਰੈਕਟੀਕਲ ਪਾਰਟ ਦੇਖੋ। ਪਰ ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਜਿਹੜੇ ਮੁਲਕ ਦੇ ਹੰਕਾਰੇ ਲੋਕ ਸਿੱਖਾਂ ਵਰਗੀ ਕੌਮ ਨੂੰ ਦੁਸ਼ਮਣ ਆਪਣਾ ਬਣਾ ਸਕਦੇ ਨੇ। ਔਰ ਅੱਜ ਹੀ ਇੰਗਲੈਂਡ ਮੇਰੀ ਗੱਲ ਹੋ ਰਹੀ ਸੀ, ਇੱਕ ਸਕਾਲਰ ਨੇ, ਉਹ ਕਹਿੰਦੇ ਜੀ ਜਿਹੜਾ ਬ੍ਰਿਟਿਸ਼ ਐਮਪਾਇਰ ਉੱਥੇ ਰਿਹਾ 200 ਸਾਲ ਘੱਟੋ ਘੱਟ ਦੁਨੀਆ 'ਚ ਵੀ, ਉਹਦੇ 'ਚ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਸਿੱਖਾਂ ਦੀ ਹੈ ਉਸ ਐਮਪਾਇਰ ਨੂੰ ਕਾਇਮ ਰੱਖਣ 'ਚ ਵੀ, ਕਿ ਇਸ ਕਿਸਮ ਦੀ ਉਹਨਾਂ ਨੇ ਫੌਜ ਦੇ ਰਾਹੀਂ ਔਰ ਆਪਣਾ ਜਿਹੜਾ ਦਿੱਤਾ।
ਹੁਣ ਇੱਕ 7 ਸਮੁੰਦਰੋਂ ਪਾਰ ਤਾਂ ਸਿੱਖਾਂ ਨੂੰ ਪਲੋਸ ਕੇ ਆਪਣੇ ਮਤਲਬ ਲਈ ਵਰਤ ਸਕਦੇ ਨੇ ਜੀ। ਤੇ ਜਿਸ ਧਰਤੀ ਦੇ ਉਹ ਪੁੱਤਰ ਨੇ ਜਿਹਦੀ ਆਜ਼ਾਦੀ ਲਈ ਉਹਨਾਂ ਨੇ ਪੂਰੀ ਇੱਕ ਸਦੀ ਸੰਘਰਸ਼ ਕੀਤਾ, ਉਹਨਾਂ ਨੂੰ ਤੁਸੀਂ ਦੁਸ਼ਮਣ ਬਣਾ ਲਓ, ਉਹਨਾਂ ਦਾ ਅਕਾਲ ਤਖਤ ਢਾ ਦਿਓ, ਉਹਨਾਂ ਦੀ ਨਸਲਕੁਸ਼ੀ ਕਰੋ। ਇਹ ਤਾਂ ਇਵੇਂ ਹੀ ਹੈ ਕਿ ਕੋਈ ਜਿਸ ਟਾਹਣੇ ਦੇ ਉੱਤੇ ਬੈਠਾ ਹੈ ਉਸ ਟਾਹਣੇ ਨੂੰ ਕੱਟ ਰਿਹਾ। ਰਾਦਰ ਜੇ ਇਹਨਾਂ 'ਚ ਅਕਲ ਹੁੰਦੀ ਤੇ ਸਿੱਖਾਂ ਨੂੰ ਹੀ ਇਹ ਦਿੰਦੇ ਕਿ ਭਾਈ ਲਓ, ਇਹ ਤੁਸੀਂ ਭੁੱਖ ਨੰਗ ਕੱਢੀ ਹੈ, ਪੰਜਾਬ 'ਚ ਇੰਨਾ ਅੰਨ ਪੈਦਾ ਕੀਤਾ, ਯੂਪੀ ਹੈ, ਮੱਧ ਪ੍ਰਦੇਸ਼, ਆਓ ਸਾਂਭੋ ਇਲਾਕੇ, ਇਹ ਕਰੋ, ਇਹਨੂੰ ਪ੍ਰੋਸਪਰ ਬਣਾਓ ਇਸ ਸਾਰੇ ਨੂੰ। ਤੇ ਸਿੱਖ ਤਾਂ ਇਸ ਕਿਸਮ ਦੀ ਕੌਮ ਹੈ ਕਿ ਜਿਹੜੇ ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ। ਪਿਆਰ ਦੇ ਲਈ ਤਾਂ ਕੁਰਬਾਨ ਹੋਣਾ ਉਹ ਸਾਡੇ ਉਸ ਧਰਤੀ ਦੇ ਹਰ ਜ਼ਰਰੇ ਜ਼ਰਰੇ 'ਚ ਹੈ। ਔਰ ਸਿੱਖ ਕੌਮ ਦੇ ਹਵਾਲੇ ਨਾਲ ਤਾਂ ਇਸ ਨੂੰ ਕੀ ਹੋਰ ਬਿਹਤਰ ਕਿਹਾ ਜਾ ਸਕਦਾ। ਲੇਕਿਨ ਜੇ ਸਾਨੂੰ ਦੁਸ਼ਮਣ ਬਣਾ ਸਕਦੇ ਨੇ, ਔਰ ਪਾਕਿਸਤਾਨ ਨਾਲ ਜੇ ਹੋਏ ਭਾਈ ਕਰਾ ਲਓ, ਉੱਥੇ ਪਲੇਬਸਾਈਡ ਕਰਾਓ, ਔਰ ਉਹਦੇ ਨਾਲ ਫਾਇਦਾ ਕਿਹਨੂੰ ਹੈ? ਭਾਰਤ ਦੇ ਲਈ ਸੈਂਟਰਲ ਏਸ਼ੀਆ ਤੱਕ ਦਾ ਦਰਵਾਜ਼ਾ ਖੁੱਲ੍ਹਦਾ ਹੈ। ਕਿੰਨੀ ਤਾਕਤ ਜ਼ਾਇਆ ਕਰ ਰਹੇ ਨੇ ਹਥਿਆਰ ਖਰੀਦਣ ਤੇ, ਰੋਜ਼ਾਨਾ ਤਾਰ ਕੰਡਿਆਲੀ ਲਾਈ ਹੋਈ ਹੈ ਕਰੰਟ 'ਚ। ਹੁਣ ਅਮਰੀਕਾ ਕੈਨੇਡਾ ਕਿਉਂ ਜੇ ਰਿਸ਼ਤੇ ਦੋਨੋਂ ਮੁਲਕ ਪ੍ਰੋਸਪਰ ਕਰ ਰਹੇ ਹੋ ਰਹੇ ਨੇ। ਸੋ ਇਹ ਜਿਹੜਾ ਇਹਨਾਂ ਦਾ ਐਟੀਚਿਊਡ ਹੈ, ਔਰ ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਇਹ ਨਹੀਂ ਸੁਧਰ ਸਕਦੇ, ਇਹ ਦੋਨੋਂ ਪਾਸੇ 1000 ਸਾਲ ਦੀ ਸਾਈਕੋ ਹਿਸਟਰੀ ਹੈ। ਉਹਨਾਂ ਦੇ ਦਿਮਾਗ 'ਚ ਗੁਲਾਮੀ ਵੜੀ ਹੋਈ ਹੈ। ਮੈਂ ਕਿਹਾ ਜਦੋਂ 1000 ਸਾਲ ਜੁੱਤੀਆਂ ਵੀ ਖਾਂਦੇ ਰਹੇ, ਮੁਸਲਮਾਨਾਂ ਨੂੰ ਮਲੇਸ਼ ਬਣਾ ਦਿੱਤਾ, ਉਹਨਾਂ ਦੇ ਹੱਥਾਂ ਦਾ ਛੋਇਆ ਪਾਣੀ ਵੀ ਨਹੀਂ ਸੀ ਪੀਂਦੇ, ਉਹਨਾਂ ਦੇ ਨਾਲ ਖਾਣਾ ਤਾਂ ਦੂਰ ਦੀ ਗੱਲ। ਤੇ ਮੈਂ ਕਿਹਾ ਇਹੀ ਹਾਲ ਮੋਰ ਔਰ ਲੈਸ ਉਸ ਪਾਸੇ ਵੀ ਰਿਹਾ ਹੈ ਕਿ ਉਹਨਾਂ ਦੇ ਲਈ ਵੀ ਕਾਫਰ ਨੇ ਜੀ। ਔਰ ਮੈਂ ਕਿਹਾ ਵੀ ਹਾਂ, ਸਿੱਖ ਇਹਦਾ ਜਵਾਬ ਨੇ, ਔਰ ਜਿਨ੍ਹਾਂ ਸਿੱਖਾਂ ਨੇ ਹੱਲ ਲੱਭਣਾ ਸੀ ਉਹਨਾਂ ਨੂੰ ਇਹਨਾਂ ਨੇ ਦੁਸ਼ਮਣ ਬਣਾਇਆ। ਸਿੱਖ ਇਸ ਲਈ ਜਵਾਬ ਨੇ ਇਸ ਦਾ ਕਿ ਸਾਡੇ ਲਈ ਧਾਰਮਿਕ ਤੌਰ ਦੇ ਉੱਤੇ ਸਪਿਰਿਚੁਅਲ ਲਾਈਨ ਤੇ ਨਾ ਇਸਲਾਮ ਦਾ ਸਾਡਾ ਵਿਰੋਧ ਹੈ, ਨਾ ਹਿੰਦੂ ਧਰਮ ਦਾ। ਜੇ ਇਸਲਾਮ ਦਾ ਵਿਰੋਧ ਹੁੰਦਾ ਤੇ ਕਿਉਂ ਸਾਈਂ ਮੀਆਂ ਮੀਰ ਜਿਹੜੇ ਨੇ ਉਹਨਾਂ ਨੂੰ ਗੁਰੂ ਸਾਹਿਬ ਸਾਦੇ ਕਿ ਭਾਈ ਤੁਸੀਂ ਨੀਂਹ ਪੱਥਰ ਰੱਖੋ। ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਮੁਰੀਦਾਂ ਨਾਲ ਸ਼ਹੀਦ ਹੁੰਦੇ, ਨਬੀ ਖਾਨ, ਗਨੀ ਖਾਨ ਔਖੇ ਵੇਲੇ ਕੰਮ ਆਉਂਦੇ। ਜੇ ਹਿੰਦੂਆਂ ਦੇ ਧਰਮ ਦੇ ਲਈ ਖਿਲਾਫਤ ਲਾਈਨ ਹੁੰਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਧਾਰਮਿਕ ਆਜ਼ਾਦੀ ਲਈ ਕਿਉਂ ਸ਼ਹੀਦੀ ਦਿੰਦੇ? ਸੋ ਸਾਡੀ ਟੱਕਰ ਮੁਗਲਾਂ ਨਾਲ ਵੀ ਪੋਲੀਟੀਕਲ ਸੀ ਜੀ, ਔਰ ਇਸ ਲਈ ਉਹਨਾਂ ਨੇ ਵੀ ਸਾਡੇ ਨਾਲ ਉਸ ਪੋਲੀਟੀਕਲ ਜੋ ਆਪਣੇ ਪੁੱਤਰਾਂ ਔਰ ਭਰਾਵਾਂ ਨਾਲ ਕਰਦੇ ਸੀ, ਜਿਹੜੇ ਬਾਗੀ ਸੀ, ਉਹ ਸਾਡੇ ਨਾਲ ਵੀ ਸਲੂਕ ਕੀਤਾ। ਤੇ ਜੇ ਅੱਜ ਸਾਡੀ ਇੰਡੀਅਨ ਸਟੇਟ ਨਾਲ ਟੱਕਰ ਹੈ ਤਾਂ ਉਹ ਪੋਲੀਟੀਕਲ ਹੈ। ਸੋ ਇਸੇ ਤਰ੍ਹਾਂ ਜੇ ਕਿਉਂਕਿ ਸਾਡੇ 'ਚ ਇਨਹੈਰੈਂਟ ਸਪਿਰਿਚੁਅਲ ਵਿਰੋਧ ਨਹੀਂ ਹੈ ਜਿਹੜਾ ਦੂਜੇ ਦੋਨੋਂ ਪਾਸਿਆਂ 'ਚ ਹੈ, ਤੇ ਬਫਰ ਸਟੇਟ ਖਾਲਿਸਤਾਨ ਉਹਦਾ ਇੱਕ ਜਵਾਬ ਹੈ ਕਿ ਅਸੀਂ ਜੇ ਸਾਡਾ ਆਪਣਾ ਮੁਲਕ ਬਣ ਜਾਂਦਾ ਹੈ ਤੇ ਜਿਹੜੀ ਅੱਜ ਹਿੰਦੂ ਸਟੇਟ ਦੇ ਨਾਲ ਸਾਡੀ ਟੱਕਰ ਹੈ ਉਹ ਖਤਮ ਹੋ ਜਾਂਦੀ ਹੈ। ਪਾਕਿਸਤਾਨ ਨਾਲ ਆਲਰੇਡੀ 47 ਦੇ ਵਿੱਚ ਰਿਜ਼ੋਲਵ ਹੋ ਗਿਆ, ਬਾਰਡਰ ਬਣ ਗਿਆ ਇੱਕ ਪਾਸੇ ਉਹ ਨੇ। ਸੋ ਅਸੀਂ ਇੱਕ ਬਫਰ ਸਟੇਟ ਦੇ ਤੌਰ ਤੇ ਜਵਾਬ ਹੈ। ਪਰ ਇਸ ਜਿਹੜੇ ਵੱਡਾ ਆਪਣੇ ਆਪ ਨੂੰ ਗਿਣਦੇ ਨੇ ਔਰ ਬੜੀ 1 ਬਿਲੀਅਨ 300 ਮਿਲੀਅਨ ਦੇ ਬਾਅਦ ਉਹਨਾਂ ਨੂੰ ਇਹ ਗੱਲ ਕੀ ਸਮਝ ਆਉਣੀ ਹੈ? ਕਿਉਂਕਿ ਹੁਣ ਇੱਕ ਕਾਮਨਵੈਲਥ ਪਾਰਲੀਮੈਂਟਰੀ ਕਾਨਫਰੰਸ ਇਸਲਾਮਾਬਾਦ 'ਚ ਹੋ ਰਹੀ ਹੈ। ਇਹ ਰੋਟੇਸ਼ਨ ਵਾਈਜ਼ ਹੁੰਦੀ ਹੈ 30 ਸਤੰਬਰ ਤੋਂ 8 ਅਕਤੂਬਰ ਤੱਕ। ਹੁਣ ਉਹਦੇ ਲਈ ਭਾਰਤ ਦੀਆਂ ਜਿੰਨੀਆਂ ਸਟੇਟਾਂ ਨੇ, ਯੂਨੀਅਨ ਟੈਰੀਟਰੀਜ਼ ਨੇ 30-31, ਉਹਨਾਂ ਸਾਰਿਆਂ ਦੇ ਸਪੀਕਰਸ ਨੂੰ ਇਨਵੀਟੇਸ਼ਨ ਦਿੱਤਾ ਹੈ ਪਾਕਿਸਤਾਨ ਨੇ, ਔਰ ਦੂਸਰੇ ਵੀ ਆ ਰਹੇ ਨੇ। ਲੇਕਿਨ ਇੰਡੀਆ ਨੇ ਆਪਣੀ ਵਿੱਚ ਲੱਤ ਫਸਾ ਦਿੱਤੀ ਕਿ ਜੀ ਜੰਮੂ ਕਸ਼ਮੀਰ ਦੇ ਅਸੈਂਬਲੀ ਦੇ ਸਪੀਕਰ ਨੂੰ ਤੁਸੀਂ ਸੱਦਾ ਕਿਉਂ ਨਹੀਂ ਦੇ ਰਹੇ? ਉਹਨਾਂ ਨੇ ਕਿਹਾ ਕਿ ਜੀ ਜੰਮੂ ਕਸ਼ਮੀਰ ਇੰਡੀਆ ਦੀ ਸਟੇਟ ਅਸੀਂ ਨਹੀਂ ਮੰਨਦੇ, ਇਹ ਯੂਐਨ ਰੈਜ਼ੋਲੂਸ਼ਨਸ ਦੇ ਥੱਲੇ ਡਿਸਪਿਊਟਡ ਟੈਰੀਟਰੀ ਹੈ ਜੀ, ਔਰ ਜਦੋਂ ਇਹ ਡਿਸਪਿਊਟ ਖਤਮ ਹੋ ਜਾਏਗਾ ਫਿਰ ਦੇਖਿਆ ਜਾਏਗਾ। ਹੁਣ ਇਹਨੂੰ ਆਧਾਰ ਬਣਾ ਕੇ ਇੰਡੀਆ ਨੇ ਕਿਹਾ ਕਿ ਜੀ ਜੇ ਤੁਸੀਂ ਜੰਮੂ ਕਸ਼ਮੀਰ ਦੇ ਸਪੀਕਰ ਨੂੰ ਨਹੀਂ ਸੱਦੋਗੇ ਤੇ ਅਸੀਂ ਇਹਦਾ ਬਾਈਕਾਟ ਕਰਾਂਗੇ। ਔਰ ਆਲਮੋਸਟ ਉਸੇ ਪਾਸੇ ਲਾਈਨ ਜਾ ਰਹੀ ਹੈ ਇਹਨਾਂ ਦੀ ਬਾਈਕਾਟ ਦੇ। ਉਹਨਾਂ ਨੇ ਵੀ ਸਟੈਂਡ ਲੈ ਲਿਆ, ਉਹਨਾਂ ਕਿਹਾ ਜੀ ਤੁਸੀਂ ਕਰਨਾ ਬਾਈਕਾਟ ਕਰੋ। ਹੁਣ ਇੰਡੀਆ ਨੇ ਇੱਕ ਕਦਮ ਹੋਰ ਅੱਗੇ ਜਾਂਦੇ ਆ ਇਹ ਮੰਗ ਕਰ ਲਈ ਉਹਨਾਂ ਤੋਂ ਜਿਹੜੀ ਮੇਨਟੇਨਿੰਗ ਇਟਸ ਸਟਰੋਂਗ ਸਟੈਂਸ, ਇੰਡੀਆ ਹੈਜ਼ ਆਸਕਡ ਦਾ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ to shift the venue of CPA's annual conference from Islamabad, saying Pakistan has forfeited its right to host the meet by not inviting the Jammu Kashmir branch, which was violation of the association's constitution. ਹੁਣ ਇੰਡੀਆ ਨੇ ਆਪਦਾ ਬਾਈਕਾਟ ਕਿਹਾ, ਨਾਲ ਹੀ ਉਹਨਾਂ ਨੇ ਉਹਨਾਂ ਨੂੰ ਕਿਹਾ ਜਿਹੜੀ ਇਹਨਾਂ ਦੀ ਮੇਨ ਐਸੋਸੀਏਸ਼ਨ ਹੈ ਕਿ ਜੀ ਇਹਨੂੰ ਤੁਸੀਂ ਜਿਹੜੀ ਆ ਕਾਨਫਰੰਸ ਨੂੰ ਇਸਲਾਮਾਬਾਦ ਤੋਂ ਸ਼ਿਫਟ ਕਰੋ।
ਔਰ ਇਹ ਕਿਤੇ ਹੋਰ ਰੱਖੋ, ਅਦਰਵਾਈਜ਼ ਅਸੀਂ ਬਾਈਕਾਟ ਕਰਾਂਗੇ। ਸੋ ਮੈਂ ਸਮਝਦਾ ਹਾਂ ਵੀ ਇਸ ਤੋਂ ਬਚਕਾਨਾ ਕੀ, ਜਿੱਥੇ ਆ ਕੇ ਤੁਸੀਂ ਲੌਬੀ ਕਰਦੇ ਹੋ ਕਿ ਜੀ ਤੁਹਾਨੂੰ ਸਿਕਿਉਰਿਟੀ ਕੌਂਸਲ ਸੀਟ ਅਮਰੀਕਾ ਦੇ ਦੇਗਾ, ਰਸ਼ੀਆ ਦੇ ਦੇਗਾ। ਰਸ਼ੀਆ ਯਾਰ ਸੀ ਇੰਡੀਆ ਦਾ 50 ਸਾਲ ਤੋਂ, ਉਹਨੇ ਮਾਰੀ ਚਪੇੜ ਕੱਢ ਕੇ ਉਹਨਾਂ ਨੇ ਕਿਹਾ ਜੀ ਗੈਟ ਲੌਸਟ, ਇਹ ਵੀਟੋ ਵਾਲਾ ਔਰ ਇਹ ਤੁਸੀਂ ਇਹਦੇ ਹੱਕਦਾਰ ਨਹੀਂ ਹੈਗੇ, ਪਹਿਲਾਂ ਆਪਣਾ ਮੂੰਹ ਧੋ ਕੇ ਆਓ ਚੰਗੀ ਤਰ੍ਹਾਂ, ਇਹ ਤੁਹਾਡੇ ਮੂੰਹ ਤੇ ਜਿਹੜਾ ਉਹ ਮੱਖੀ ਬੈਠੀ। ਸੋ ਅਸੀਂ ਸਮਝਦੇ ਹਾਂ ਵੀ ਇੰਡੀਆ ਲਈ ਬੈਟਰ ਔਰ ਬੈਸਟ, ਜੇ ਕਦੇ ਵੀ ਉੱਥੇ ਕੋਈ ਵਿਜ਼ਨਰੀ ਸਟੇਟਸਮੈਨ ਟਾਈਪ ਆਏਗਾ, ਪਹਿਲਾਂ ਤਾਂ ਉਹ ਇਨਸਾਈਡ ਦੇਖੇਗਾ ਕਿ ਭਾਈ ਤੁਸੀਂ ਸਿੱਖਾਂ ਨੂੰ, ਕਸ਼ਮੀਰੀਆਂ ਨੂੰ, ਨਾਗਿਆਂ ਨੂੰ, ਹੁਣ ਉਹ ਨਾਗੇ ਚੀਕਾਂ ਮਾਰ ਰਹੇ ਨੇ ਇੱਕ ਦੂਜੇ ਦੇ ਨਾਲ, ਉਹਨਾਂ ਨੂੰ ਵੀ ਪਤਾ ਵੀ ਨਿਕਲਣਾ ਕੁਛ ਨਹੀਂ ਹੈ, ਲੇਕਿਨ ਇਹ ਗੱਲ ਕਿਵੇਂ ਪੋਸੀਬਲ ਹੋ ਸਕਦੀ ਹੈ ਜਿੱਥੇ ਦੂਸਰੇ ਪਾਸੇ ਮੈਂਟੈਲਿਟੀ ਇਹ। ਹੁਣ ਇੱਕ ਪਾਸੇ ਗੁਜਰਾਤ ਦੇ ਵਿੱਚ ਅੱਜ ਇੱਕ ਖਬਰ ਸੀ ਕਿ ਡਾਕਟਰ BR ਅੰਬੇਦਕਰ ਦੀਆਂ ਜਿਹੜੀਆਂ ਲਿਖੀਆਂ ਕਿਤਾਬਾਂ ਨੇ ਉਹ ਸਕੂਲ ਦੇ ਵਿੱਚ ਡਿਸਟ੍ਰੀਬਿਊਟ ਕੀਤੀਆਂ ਗਈਆਂ 2-3 ਲੱਖ ਦੇ ਕਰੀਬ, ਅੱਜ ਉਹ ਸਾਰੀਆਂ ਉਹਨਾਂ ਨੇ ਵਾਪਸ ਲੈ ਲਈਆਂ। ਉਹਨਾਂ ਨੇ ਕਿਹਾ ਜੀ ਕਿ ਜਦੋਂ ਅੰਬੇਦਕਰ ਨੇ ਬੁੱਧ ਧਰਮ ਜੁਆਇਨ ਕੀਤਾ ਸੀ ਤੇ ਜਿਹੜੀਆਂ ਉਹਨੇ ਦੀਕਸ਼ਾ ਵੇਲੇ ਵੌਜ਼ ਲਈਆਂ ਸੀ, ਪ੍ਰਣ ਲਏ ਸੀ, ਉਹ ਉਹਦੇ 'ਚ ਸ਼ਾਮਲ ਨੇ ਔਰ ਉਹ ਹਿੰਦੂ ਧਰਮ ਦੇ ਖਿਲਾਫ ਨੇ। ਹੁਣ ਇੱਕ ਪਾਸੇ ਉਹ ਅਸੀਮਾਨੰਦ ਹੋਏ, ਉਹ ਸਾਧਵੀ ਪ੍ਰਗਿਆ ਹੋਏ, ਉਹ ਦੂਸਰੇ ਹੋਣ, ਉਹਨਾਂ ਦੇ ਖਿਲਾਫ ਹੁਣ ਇੰਡੀਆ ਨੇ ਕਿਹਾ ਜੀ ਅਸੀਂ ਉਹਦੀ ਬੇਲ ਹਾਈ ਕੋਰਟ ਨੇ ਕੀਤੀ ਸੀ, ਇੰਡੀਆ ਨੇ ਅਪੀਲ ਕਰਦੇ, ਉਹਨਾਂ ਨੇ ਕਿਹਾ ਜੀ ਅਸੀਂ ਕੋਈ ਅਪੀਲ ਨਹੀਂ ਕਰ ਰਹੇ, ਬਾਹਰ ਕੱਢਤੇ ਸਾਰੇ। ਹੁਣ ਉਹ ਬਾਹਰ ਜਾ ਰਹੇ ਨੇ। ਇਧਰ ਜੇ ਸਪੈਸ਼ਲ ਇਨਵੈਸਟੀਗੇਟਿਵ ਟੀਮ ਸੈਂਟਰ ਗਵਰਨਮੈਂਟ ਨੇ ਸਾਲ ਤੋਂ ਬਾਅਦ ਬਣਾਈ ਵੀ ਕਿ ਜੀ 6 ਮਹੀਨੇ ਦੇ ਵਿੱਚ ਦੱਸੋ ਕਿ ਜੀ ਦਿੱਲੀ ਦੇ ਵਿੱਚ ਜਿਹੜੇ ਦੋਸ਼ੀ ਪੁਲਿਸ ਅਫਸਰ ਨੇ ਉਹਨਾਂ ਨੂੰ, ਔਰ ਅੱਜ ਦੀ ਖਬਰ ਹੈ ਕਿ ਉਹਨਾਂ ਨੇ ਸੈਂਟਰ ਨੇ ਕਿਹਾ ਜੀ ਅਸੀਂ ਇਹਦਾ ਟਾਈਮ ਸਾਲ ਹੋਰ ਵਧਾ ਦਿੱਤਾ। ਸੋ ਮਤਲਬ ਇਹ ਹੈ ਵੀ ਜੋ ਕੁਝ ਪਹਿਲੀਆਂ ਹਕੂਮਤਾਂ ਨੇ ਕੀਤਾ ਕੁਛ ਨਹੀਂ ਨਿਕਲ, ਲੇਕਿਨ ਮੈਂਟੈਲਿਟੀ ਕੀ ਹੈ ਅੱਜ ਦਲਿਤ ਵਰਗ ਨੂੰ, ਔਰ ਜਿਹੜੀਆਂ ਉਹਨਾਂ ਦੇ ਦਲਿਤ ਬੜੇ ਗੰਭੀਰ ਚਿੰਤਕ ਨੇ ਉਹ ਫਿਕਰਮੰਦ ਨੇ ਕਿ ਕਿਸ ਪਾਸੇ ਲਾਈਨ ਜਾ ਰਹੀ ਹੈ। ਔਰ ਤੁਸੀਂ ਜੇ ਅੱਜ ਦੇਖੋ ਕਿ ਲਾਈਨ ਕਿਸ ਪਾਸੇ ਜਾ ਰਹੀ ਹੈ ਤੇ ਉਸ ਦੀ ਇੱਕ ਖਬਰ ਇਹਨਾਂ ਦੇ ਮੀਡੀਆ ਦੀ ਹੈ ਕਿ 25 ਕਰੋੜ ਸਕੈਮ ਇਨ ਤੇਲੰਗਾਨਾ ਪ੍ਰੋਮਿਸਡ ਬ੍ਰਾਹਮਣ ਓਨਲੀ ਨੇਬਰਹੁੱਡ। ਔਰ ਦਰਸ਼ਕ ਉਹ ਪਿਕਚਰ ਵੀ ਦੇਖ ਸਕਦੇ ਨੇ ਕਿ ਕੋਈ ਸਕੈਮ ਵਾਲੇ ਨੇ ਇਹ ਐਡਵਰਟਾਈਜ਼ ਕੀਤਾ ਅਲੱਗ-ਅਲੱਗ ਥਾਵਾਂ ਤੇ। ਉਹਨੇ ਕਿਹਾ ਜੀ ਮੈਂ ਬਹੁਤ ਵੱਡਾ ਡਿਵੈਲਪਰ ਹੈ, ਨਾਲ ਉਹਨੇ ਬਿਲਡਿੰਗਾਂ ਵੀ ਦਿਖਾਤੀਆਂ ਕਿ ਇਦਾਂ ਦਾ ਅਸੀਂ ਬਣਾਵਾਂਗੇ, 100 ਏਕੜ ਦੇ ਵਿੱਚ ਅਸੀਂ ਕਾਲੋਨੀ ਬਣਾ ਰਹੇ ਜਿਹਦੇ 'ਚ ਸਿਰਫ ਬ੍ਰਾਹਮਣ ਹੀ ਰਹਿਣਗੇ ਔਰ ਉਹ ਪੂਰੀ ਬ੍ਰਾਹਮਣ ਐਕਸਕਲੂਸਿਵ ਕਾਲੋਨੀ ਹੋਏਗੀ, ਉਹਦੇ 'ਚ ਸਾਰੇ ਜਿਹੜੇ ਨੇ ਸੁਵਿਧਾਵਾਂ ਹੋਣਗੀਆਂ, ਬ੍ਰਾਹਮਣਾਂ ਦੀ ਅਸੈਂਬਲੀ ਹੋਏਗੀ ਔਰ ਹੋਰ ਕੋਈ ਨਹੀਂ ਹੋਏਗਾ। ਔਰ ਤੁਸੀਂ ਦੇਖੋ ਵੀ ਇਸ ਕਿਸਮ ਦੇ ਫਰਾਡ ਨੂੰ 25 ਕਰੋੜ ਰੁਪਏ, ਉਹਨੇ ਕਿਹਾ ਜੀ ਇੰਨਾ ਖਰਚਾ ਤੇ ਇੰਨੇ % ਐਡਵਾਂਸ ਪਹਿਲਾਂ ਦੇ ਦਿਓ। ਇਹ ਜਿਹੜਾ 25 ਕਰੋੜ ਹੈ ਅਜੇ ਤਾਂ ਅਰਬਾਂ 'ਚ ਲੱਗਣਾ ਸੀ, ਉਹਦੇ ਤੇ ਲੱਗਣਾ ਕੀ ਸੀ, ਉਹ ਥੁੱਕੀ ਵੜੇ ਪਕਾਉਣੇ ਸੀ। ਲੇਕਿਨ ਜੇ 25 ਕਰੋੜ ਕੋਈ ਬੰਦਾ ਉਸ ਤੇਲੰਗਾਨਾ ਵਰਗੀ ਸਟੇਟ 'ਚ ਦੇ ਸਕਦਾ ਹੈ ਇਸ ਲਈ ਕਿ ਸਿਰਫ ਬ੍ਰਾਹਮਣਾਂ ਨੇ ਰਹਿਣਾ। ਔਰ ਇਹਦੀ ਖਬਰ ਦਾ ਪਾਰਟ ਹੀ ਹੈ ਕਿ ਰੀਐਲਟਰ ਪਲੇਇੰਗ ਇਨਟੂ ਪਰਵੇਸਿਵ ਇੰਡੀਅਨ obsession with caste duped over 1,000 investors of rupees 25 crore, the Deccan Chronicle reported. The victims, who included urbane non-resident Indians and government officials, were promised their own exclusive Brahmin colony. ਉਹਨੇ ਕਿਹਾ ਜੀ ਜ਼ਾਤ ਪਾਤ ਇੰਨੀ ਵੜੀ ਹੋਈ ਹੈ ਕਿ 1000 ਜਿਹੜਾ ਹੈ ਇਨਵੈਸਟਰ ਹੈ, ਇਹ 25 ਕਰੋੜ ਜਿਹਨਾਂ ਨੇ, ਜਿਹਦੇ ਚ ਹਾਈ ਬਿਊਰੋਕਰੈਟ ਨੇ, ਬਾਹਰਲੇ ਹਿੰਦੁਸਤਾਨੀ ਜਿਹੜੇ ਬ੍ਰਾਹਮਣ ਪਿਓਰ। Such was their desire to avoid staying with people of other caste that they poured in rupees 25 crore in a fake project advertised by a Y. Prabhakar Sharma, who has been arrested by the police, according to the report. ਅੱਗੇ ਫਿਰ ਲੰਬਾ ਚੌੜਾ ਹੈ ਕਿ ਜੀ ਉਹਨੇ ਕਿਹਾ ਕਿ ਅਸੀਂ ਇਹ ਨੇਟਿਵ ਆਫ ਗੁੰਟੂਰ ਦਾ ਹੈਗਾ, ਹੀ ਪ੍ਰੋਮਿਸਡ ਕੰਸਟਰਕਸ਼ਨ ਆਫ ਵੇਦਾ ਗਾਇਤਰੀ ਅਗਰ ਆਸ਼ਰਮ, ਕਿ ਜੀ ਵੇਦ ਜਿਹੜਾ ਗਾਇਤਰੀ ਮੰਤਰ ਹੈ ਉਹਦਾ ਰੈਜ਼ੀਡੈਂਸ਼ੀਅਲ ਹਾਊਸਿੰਗ ਕੰਪਲੈਕਸ ਹੋਏਗਾ ਐਕਸਕਲੂਸਿਵ ਫਾਰ ਬ੍ਰਾਹਮਨਸ। ਔਰ ਇਹ ਸਾਰਾ ਜਿਹੜਾ 1000, ਔਰ ਇਹ ਸਾਰੇ ਪੜ੍ਹੇ ਲਿਖੇ ਹੋਣਗੇ। ਇੱਕ ਤਾਂ ਹੁੰਦਾ ਨਾ ਜੀ ਕਿ ਅਨਟਚੇਬਿਲਿਟੀ ਜਾਂ ਛੂਤ ਛਾਤ, ਪੇਂਡੂ ਸੁਸਾਇਟੀ, ਅਨਪੜ੍ਹ ਲੋਕ, ਅਨਪੜ੍ਹਾਂ ਕੋਲ ਤਾਂ 1000 ਇਨਵੈਸਟਰਾਂ ਕੋਲ 25 ਕਰੋੜ ਦੇਣ ਨੂੰ ਨਹੀਂ ਹੈਗਾ। ਹੁਣ ਇਹ ਮੈਂਟੈਲਿਟੀ ਹੈ, ਇਹ ਤੁਸੀਂ ਕਿਵੇਂ ਕੱਢ ਲੋਗੇ? ਮੁਸਲਮਾਨਾਂ ਨਾਲ ਜਾਂ ਸਿੱਖਾਂ ਦੀ ਐਕਸੈਪਟੈਂਸ ਤੇ ਇਹਨਾਂ ਨੇ ਕੀ ਕਰਨੀ ਹੈ? ਜਿਹੜੇ 4000 ਸਾਲ ਤੋਂ ਜਿਹੜੇ ਇਹਨਾਂ ਦਾ ਹਿੱਸਾ ਨੇ, ਇਹਨਾਂ ਦੀ ਸੁਸਾਇਟੀ ਦਾ, ਹਿੰਦੂ ਸੁਸਾਇਟੀ ਦਾ, ਜਿਨ੍ਹਾਂ ਨੂੰ ਹਿੰਦੂ ਨਾਲ ਰੱਖਣ ਦੇ ਲਈ ਗਾਂਧੀ ਨੇ
ਪੂਨਾ ਪੈਕਟ ਕੀਤਾ ਅੰਬੇਦਕਰ ਦੇ ਨਾਲ, ਪਹਿਲਾਂ ਵਰਤ ਰੱਖਿਆ ਮੈਂ ਮਰ ਜਾਵਾਂਗਾ, ਇਹ ਨਾਲ ਨੇ। ਅੱਜ 67 ਸਾਲ ਬਾਅਦ ਜਦੋਂ ਕਿ ਭਾਰਤੀ ਸੰਵਿਧਾਨ 'ਚ ਕਿਸੇ ਸ਼ੂਦਰ ਨੂੰ ਜਾਤੀ ਸੂਚਕ ਨਾਂ ਲੈ ਕੇ ਬੁਲਾਉਣਾ ਕ੍ਰਾਈਮ ਹੈ, ਉਸ 'ਚ ਸਜ਼ਾ ਹੈ, ਲੇਕਿਨ ਇਹਦੇ ਬਾਵਜੂਦ ਇਹ ਹਾਈ ਕਲਾਸ ਬ੍ਰਾਹਮਨਸ, ਜਿਨ੍ਹਾਂ ਦੇ ਵਿੱਚ ਬਿਊਰੋਕਰੈਟ, ਜਿਨ੍ਹਾਂ ਦੇ ਵਿੱਚ NRI, ਜਿਨ੍ਹਾਂ ਦੇ ਵਿੱਚ ਹਾਈਐਸਟ ਪੋਲੀਟੀਸ਼ੀਅਨ ਹੋਣਗੇ, ਉਹ ਜਿਹੜੇ ਨੇ ਆਪਣੇ ਬ੍ਰਾਹਮਣਾਂ ਦੇ ਵਿੱਚ ਰਹਿਣਾ ਚਾਹੁੰਦੇ ਨੇ। ਸੋ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਜਿੱਥੇ, ਔਰ ਇਹ ਨਵੀਂ ਗੱਲ ਨਹੀਂ ਹੈ, ਬਾਬਰ ਦੀ ਕਹਾਣੀ ਇੱਕ ਆਉਂਦੀ ਹੈ ਕਿ ਵੀ ਜਦੋਂ ਬਾਬਰ ਨੇ ਹਮਲਾ ਕੀਤਾ ਤੇ ਲੋਧੀ ਪਠਾਣਾ ਦਾ ਰਾਜ ਸੀ, ਪਰ ਪਠਾਣਾ ਦੀ ਫੌਜ ਦਾ ਵੀ ਇੱਕ ਵੱਡਾ ਹਿੱਸਾ ਰਾਜਪੂਤਾਂ ਦਾ ਔਰ ਦੂਜਿਆਂ ਦਾ ਸੀ, ਹਿੰਦੂਆਂ ਦਾ ਸੀ। ਔਰ ਜਦੋਂ ਪਹਿਲੇ ਦਿਨ ਲੜਾਈ ਹੋਈ, ਬੜਾ ਨੁਕਸਾਨ, ਮੁਗਲਾਂ ਦੇ ਕੋਲ ਘੋੜੇ ਸੀ, ਤੁਪਕ ਸੀ, ਬੰਦੂਕਾਂ ਸੀ, ਨੁਕਸਾਨ ਹੋਇਆ। ਜਦੋਂ ਸੂਰਜ ਛੁਪਦਾ, ਲੜਾਈ ਬੰਦ ਹੋ ਜਾਂਦੀ, ਤੇ ਬਾਬਰ ਟਹਿਲ ਰਿਹਾ ਸੀ ਆਪਣੀ ਫੌਜੀ ਖੈਮਿਆਂ ਦੇ ਵਿੱਚ, ਕੈਂਪ ਦੇ ਵਿੱਚ, ਤੇ ਉਹਨੇ ਦੇਖਿਆ ਵੀ ਆਪੋਜ਼ਿਟ ਜਿਹੜਾ ਉਹਨਾਂ ਦਾ ਕੈਂਪ ਲੱਗਿਆ, ਥਾਂ ਥਾਂ ਤੇ ਅੱਗ ਬਲ ਰਹੀ ਸੀ, ਕੋਈ ਇੱਥੇ ਅੱਗ ਦੀ। ਉਹਨੇ ਪੁੱਛਿਆ ਆਪਣੇ ਜਰਨਲ ਨੂੰ ਕਿ ਇਹ ਕੀ ਹੈ। ਉਹਨੇ ਕਿਹਾ ਜੀ ਇਹ ਜਿਹੜੇ ਹਿੰਦੂ ਨੇ ਇਹ ਇੱਕ ਦੂਜੇ ਦੇ ਹੱਥ ਦਾ ਪੱਕਿਆ ਨਹੀਂ ਖਾਂਦੇ, ਇਹ ਅੱਡ ਅੱਡ ਨੇ, ਔਰ ਮੁਸਲਮਾਨਾਂ ਨਾਲ ਤਾਂ ਬਿਲਕੁਲ ਨਹੀਂ ਖਾਂਦੇ, ਸੋ ਇਹ ਆਪਣੀ ਆਪਣੀ ਖਿਚੜੀ ਬਣਾ ਰਹੇ ਨੇ, ਆਪਣੀ ਹੀ ਖਿਚੜੀ ਪਕਾ ਰਹੇ। ਬਾਬਰ ਕਹਿੰਦਾ ਠੀਕ ਹੈ, ਕਹਿੰਦਾ ਜਿਹੜੇ ਇਹ ਇਕੱਠੇ ਖਾ ਨਹੀਂ ਨਾ ਸਕਦੇ, ਇਹ ਹਾਰਨਗੇ ਆਉਣ ਵਾਲੇ, ਕੱਲ ਇਹਨਾਂ ਨੂੰ ਹਰਾਵਾਂਗੇ ਅਸੀਂ। ਔਰ ਉਹੀ ਗੱਲ ਹੋਈ ਔਰ ਇਹ ਜੇ ਬਾਬਰ ਦੀ ਬਾਬਰ ਨੇ ਇਹ ਗੱਲ ਆਪਣੇ ਲਿਖੀ ਬਾਬਰਨਾਮੇ ਦੇ ਵਿੱਚ, ਤੇ ਅੱਜ ਬਾਬਰ ਨੂੰ ਗਿਆ ਵੀ ਬਾਬਰ 1526 ਚ ਆਇਆ ਜੀ, 400 ਸਾਲ ਹੋ ਗਏ, ਲਗਭਗ 500 ਰਾਦਰ। ਹੁਣ ਜੇ 500 ਸਾਲ ਬਾਅਦ 25 ਕਰੋੜ ਰੁਪਈਆ 1000 ਬ੍ਰਾਹਮਣ ਟੌਪ ਨੌਚ ਦਿੰਦੇ ਨੇ, ਤੇ ਕੀ ਬਦਲਿਆ ਉਸ ਸੁਸਾਇਟੀ 'ਚ? ਤੁਸੀਂ ਕਿਵੇਂ ਬਦਲ ਲਓਗੇ ਇਹਨਾਂ ਨੂੰ? ਸੋ ਹੁਣ ਦੇਖ ਲਓ ਵੀ ਇਹ ਜਿਹੜਾ ਬੜੇ ਬੜੇ ਕੜਾਏ ਰੱਖੇ ਹੋਏ ਨੇ ਉਹਨਾਂ ਨੇ, ਤੇ ਉਹ ਵਿਚਾਰਿਆਂ ਦਾ ਰਹਿ ਗਿਆ। ਉਹ ਜਿਹੜਾ ਬੰਦਾ ਉਹਨੇ 25 ਕਰੋੜ ਜੇਬ 'ਚ ਪਾਇਆ, ਪੁਲਿਸ ਨੇ ਫੜ ਲਿਆ, ਦੇ ਕੇ 1-2 ਕਰੋੜ ਉਹਨੇ ਵੀ ਨਿਕਲ ਆਣਾ। ਪਰ ਇਹ ਗੱਲ ਇੱਕ ਵੱਡਾ ਸਬੂਤ ਹੈ ਦੱਸਣ ਦਾ ਵੀ ਉੱਥੇ ਮੈਂਟੈਲਿਟੀ ਕੀ ਹੈ। ਜੀ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।